ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ। ਟੈਲੀਵਿਜ਼ਨ ਤੇ ਔਰਤਾਂ ਦੀ ਆਜ਼ਾਦੀ ਤੇ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਸੀ। ਵੀਰ ਦੇ ਪੋਚਾ ਲਾਉਂਦੀ ਹੋਈ ਦੇ ਕੰਨੀ ਇਹ ਸ਼ਬਦ ਪਏ, ਹੁਣ ਔਰਤਾਂ ਹਰ ਜਗ੍ਹਾ ਮਰਦ ਤੋਂ ਅੱਗੇ ਨੇ, ਉਹਨਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਅਵਸਰ ਮਿਲਦੇ ਨੇ। ਸਗੋਂ ਹੁਣ ਔਰਤ ਆਪਣੀ ਆਜ਼ਾਦੀ ਦੇ ਨਜਾਇਜ਼ ਫਾਇਦੇ ਚੁੱਕਣ ਲੱਗ ਪਈਆਂ। ਇਹਨਾਂ ਸ਼ਬਦਾਂ ਨੇ ਬਲਵੀਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ 30 ਸਾਲ ਪਹਿਲਾਂ ਦਾ ਉਹ ਸਮਾਂ ਘੁੰਮਣ ਲੱਗਿਆ ਕਿ ਕਿਵੇਂ ਉਸਦੇ ਬਾਪ ਨੇ ਚੌਥੀ ਜਮਾਤ ਵਿੱਚ ਉਸਦੀ ਪੜ੍ਹਾਈ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਸੀ। ਉਸ ਨੂੰ ਇੱਕ ਵਾਰ ਖੁਸ਼ੀ ਹੋਈ ਸੀ ਕਿ ਹੁਣ ਉਸ ਨੂੰ ਸਕੂਲ ਨਹੀਂ ਜਾਣਾ ਪਵੇਗਾ। ਉਸ ਦੀਆਂ ਸਹੇਲੀਆਂ ਜਦ ਘਰ ਆ ਕੇ ਦੱਸਦੀਆਂ ਨੇ ਕਿ ਮਾਸਟਰ ਨੇ ਉਸ ਨੂੰ ਸਕੂਲ ਆਉਣ ਦਾ ਸੁਨੇਹਾ ਭੇਜਿਆ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਸਕੂਲ ਛੱਡ ਦਿੱਤਾ। ਉਹ ਜਦ ਉਸਦੀ ਮਾਂ ਨੂੰ ਪੁੱਛਦੀਆਂ ਨੇ ਕਿ ਇਸਨੇ ਸਕੂਲ ਨਹੀਂ ਜਾਣਾ ਤਾਂ ਮਾਂ ਅੱਖਾਂ ਭਰ ਕੇ ਆਖਣ, ਪੁੱਤ ਇਸ ਦੀ ਕਿਸਮਤ ਮਾੜੀ ਹੈ, ਇਸ ਲਈ ਨਹੀਂ ਜਾਣਾ ਇਸਨੇ। ਮਾਂ ਦਾ ਚਿਹਰਾ ਤੇ ਹਾਵ ਭਾਵ ਦੇਖ ਕੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਾਂ ਕੀ ਕਹਿ ਰਹੀ ਹੈ, ਪਰ ਇੰਨਾ ਪਤਾ ਸੀ ਕਿ ਮਾਂ ਮੇਰਾ ਸਕੂਲ ਬੰਦ ਹੋਣ ਤੇ ਬਹੁਤ ਦੁਖੀ ਹੈ। ਉਹ ਆਪਣਾ ਬਸਤਾ ਚੁੱਕ ਕੇ ਕੁੜੀਆਂ ਨਾਲ ਤੁਰ ਪੈਂਦੀ ਹੈ। ਰਸਤੇ ਵਿੱਚ ਉਹੀ ਸਵਾਲ ਦੁਹਰਾਉਣ ਤੇ ਉਹ ਬੜੀ ਹੀ ਸਫਾਈ ਨਾਲ ਝੂਠ ਬੋਲਦੀ ਹੈ ਕਿ ਮੈਂ ਤਾਂ ਮਜ਼ਾਕ ਕਰ ਰਹੀ ਸੀ, ਮੈਂ ਸਕੂਲ ਜਾਇਆ ਕਰਨਾ ਹੈ, ਮੈਂ ਪੜ੍ਹਨਾ ਹੈ। ਉਦੋਂ ਹੀ ਉਸਨੇ ਦਿਲ ਵਿੱਚ ਧਾਰ ਲਿਆ ਕਿ ਮੈਂ ਹੁਣ ਹਰ ਹਾਲ ਪੜ੍ਹਨਾ ਹੈ। ਉਸ ਤੋਂ ਬਾਅਦ ਜਦੋਂ ਵੀ ਨਵੀਂ ਜਮਾਤ ਵਿੱਚ ਦਾਖਲਾ ਹੁੰਦਾ ਤਾਂ ਮਾਂ ਪਿਓ ਵਿੱਚ ਲੜਾਈ ਹੁੰਦੀ, ਆਪਣੀ ਮਾਂ ਨੂੰ ਕੁੱਟ ਪੈਂਦੀ। ਉਹ ਦੇਖਦੀ ਤਾਂ ਮਨ ਵਿੱਚ ਹਜ਼ਾਰਾਂ ਸਵਾਲ ਉੱਠਦੇ ਜਿਨ੍ਹਾਂ ਦਾ ਜਵਾਬ ਉਹ ਕਦੇ ਕਿਸੇ ਤੋਂ ਨਾ ਮੰਗਦੀ। ਉਸਦੀ ਮਾਂ ਕਦੇ ਰਿਸ਼ਤੇਦਾਰਾਂ ਦੇ ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ ਲੈ ਆਉਂਦੀ, ਕਦੇ ਆਪਣੇ ਪੇਕਿਆਂ ਤੋਂ ਮਿਲੇ ਪੈਸਿਆਂ ਨਾਲ ਕਿਸੇ ਤੋਂ ਕਿਤਾਬਾਂ ਖਰੀਦ ਕੇ ਪਿਓ ਨੂੰ ਹਮੇਸ਼ਾ ਝੂਠ ਬੋਲਦੀ ਕਿ ਇਹ ਕਿਤਾਬਾਂ ਰਿਸ਼ਤੇਦਾਰਾਂ ਨੇ ਮੁਫਤ ਦਿੱਤੀਆਂ ਨੇ। 8ਵੀਂ ਤੱਕ ਪਹੁੰਚਦਿਆਂ ਕਈ ਵਾਰ ਉਸਦਾ ਸਕੂਲ ਜਾਣਾ ਬੰਦ ਹੋਇਆ ਅਤੇ ਫਿਰ ਮਾਂ ਕਦੇ ਕਿਸੇ ਨੂੰ ਕਦੇ ਕਿਸੇ ਰਿਸ਼ਤੇਦਾਰ ਨੂੰ ਨਾਲ ਭੇਜ ਕੇ ਪਿਓ ਤੋਂ ਚੋਰੀ ਉਸਦਾ ਸਕੂਲ ਜਾਣਾ ਸ਼ੁਰੂ ਕਰਾਉਂਦੀ। ਪਰ 8ਵੀਂ ਪਾਸ ਕਰਨ ਤੋਂ ਬਾਅਦ ਉਸਦੇ ਪਿਓ ਨੇ ਪੱਕਾ ਹੁਕਮ ਸੁਣਾਇਆ ਸੀ ਕਿ ਅੱਜ ਤੋਂ ਬਾਅਦ ਇਹ ਸਕੂਲ ਨਹੀਂ ਜਾਵੇਗੀ। ਉਹ ਬਹੁਤ ਰੋਂਦੀ, ਮਿੰਨਤਾਂ ਕਰਦੀ, ਪਰ ਪਿਓ ਟਸ ਤੋਂ ਮਸ ਨਾ ਹੋਇਆ। ਮਾਂ ਵੀ ਉਸ ਨੂੰ ਦੇਖ ਕੇ ਦੁਖੀ ਹੁੰਦੀ, ਪਰ ਹੁਣ ਉਹ ਵੀ ਬੇਵੱਸ ਸੀ। ਇੱਕ ਦਿਨ ਮਾਂ ਨੇ ਆਪਣੇ ਭਰਾ ਨੂੰ ਚਿੱਠੀ ਲਿਖੀ ਅਤੇ ਦੱਸਿਆ ਰੋਂਦੀ ਹੈ ਪੜ੍ਹਨ ਲਈ, ਪਰ ਇਸ ਦੇ ਪਿਓ ਨੇ ਹੁਣ ਇਸ ਨੂੰ ਸਕੂਲ ਨਹੀਂ ਜਾਣ ਦੇਣਾ। ਭਰਾ ਉਸ ਨੂੰ ਵਿਸ਼ਵਾਸ ਦਿੰਦਾ ਕਿ ਕੋਈ ਗੱਲ ਨਹੀਂ, ਅਸੀਂ ਉਸ ਨੂੰ ਇੱਥੇ ਪੜ੍ਹਾ ਲਵਾਂਗੇ। ਨਾਨੀ ਆ ਕੇ ਉਸ ਨੂੰ ਲੈ ਜਾਂਦੀ ਹੈ। ਉਹ ਬਹੁਤ ਖੁਸ਼ ਸੀ। ਉੱਥੇ ਕਾਫੀ ਕੁਝ ਆਪਣੇ ਮਾਪਿਓ ਬਾਰੇ ਉਸ ਨੂੰ ਉਦੋਂ ਸੁਣਨਾ ਪੈਂਦਾ ਅਤੇ ਭੁਗਤਣਾ ਪੈਂਦਾ ਜਦ ਉਸਦਾ ਮਾਮਾ ਘਰ ਨਾ ਹੁੰਦਾ। ਪਰ ਹੁਣ ਉਸ ਨੂੰ ਪਤਾ ਸੀ ਕਿ ਹੋਰ ਕੋਈ ਰਾਹ ਨਹੀਂ ਹੈ, ਇਸ ਲਈ ਚੁੱਪਚਾਪ ਆਪਣੇ ਪੜ੍ਹਨ ਨਾਲ ਹੀ ਮਤਲਬ ਰੱਖਦੀ। ਮਨ ਬਹੁਤ ਦੁਖੀ ਹੁੰਦਾ ਪਰ ਕਿਸੇ ਗੱਲ ਦਾ ਜਵਾਬ ਨਾ ਦਿੰਦੀ। 10ਵੀਂ ਕਰਵਾ ਕੇ ਨਾਨਕਿਆਂ ਨੇ ਕਿਹਾ ਕਿ ਇੰਨੀ ਪੜ੍ਹਾਈ ਕੁੜੀਆਂ ਲਈ ਬਹੁਤ ਹੈ। ਉਸਨੇ ਫਿਰ ਮਿੰਨਤਾਂ ਕੀਤੀਆਂ, ਆਪਣੇ ਘਰ ਆ ਕੇ ਮੈਨੂੰ ਕਿਤਾਬਾਂ ਲੈ ਦਿਓ, ਪ੍ਰਾਈਵੇਟ ਪੇਪਰ ਦੇਣ ਦੀ ਇਜਾਜ਼ਤ ਦੇ ਦਿਓ, ਮੈਂ ਘਰ ਬੈਠ ਕੇ ਪੜ੍ਹ ਲਊਂ। ਪਰ ਕਿਸੇ ਨੇ ਨਾ ਸੁਣੀ। ਉਸਨੇ ਵੀ ਸੋਚ ਲਿਆ ਕਿ ਹੁਣ ਮੇਰੀ ਪੜ੍ਹਾਈ ਪਿੱਛੇ ਮਾਂ ਫਿਰ ਤੋਂ ਸਲੂਕ ਨਹੀਂ ਹੋਣਾ ਚਾਹੀਦਾ, ਇਸ ਲਈ ਪੜ੍ਹਨ ਦੀ ਗੱਲ ਕਰਨੀ ਛੱਡ ਦਿੱਤੀ। 19 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਕਰ ਦਿੱਤਾ, ਜਿਸ ਲਈ ਉਹ ਬਿਲਕੁਲ ਤਿਆਰ ਨਹੀਂ ਸੀ। ਪਰ ਇਹ ਸਮਝ ਗਈ ਸੀ ਕਿ ਉਸਦੀ ਜ਼ਿੰਦਗੀ ਕੋਈ ਫੈਸਲਾ ਕਰਨਾ ਮਾਪਿਆਂ ਦਾ ਹੱਕ ਹੈ। ਸਹੁਰਾ ਪਰਿਵਾਰ ਬਿਲਕੁਲ ਅਨਪੜ੍ਹ, ਜਿੱਥੇ ਨਹੁੰਆਂ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਅਤੇ ਸਮਝਿਆ ਜਾਂਦਾ ਸੀ। ਖੈਰ ਸਮਾਂ ਆਪਣੀ ਚਾਲ ਚੱਲਦਾ ਗਿਆ। ਗਰਭਵਤੀ ਹੋਣ ਤੇ ਵੀ ਸਾਰਾ ਕੰਮ ਕਰਨਾ, ਹਜ਼ਾਰਾਂ ਗੱਲਾਂ ਸੁਣਨੀਆਂ। ਭਾਦੋ ਦੀਆਂ ਤਿੱਕੜ ਦੁਪਹਿਰਾਂ ਵਿੱਚ ਕਪਾਹ ਚੁਗਦੇ ਹੋਏ ਅਚਾਨਕ ਦਰਦਨਾਕ ਖੇਤ ਹੀ ਕਹੋਰਾਨਾ ਲੱਗੀ ਤਾਂ ਘੰਟਾ ਦਰਖਤ ਦੇ ਹੇਠਾਂ ਬੈਠਣ ਅਤੇ ਪਿੰਡੋਂ ਸਿਆਣਿਆਂ ਤੋਂ ਲਿਆਂਦੀਆਂ ਲੈਚੀਆਂ ਆਦਿ ਟੋਟਕੇ ਕਰਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਤੋਂ ਅੰਦਾਜ਼ਾ ਲਾ ਕੇ ਡਾਕਟਰ ਨੇ ਪੁੱਛਣ ਤੇ ਕੀ ਕਰ ਰਹੀ ਸੀ ਤੂੰ, ਉਹ ਸੋਚ ਕੇ ਦੱਸਦੀ ਹੈ। ਡਾਕਟਰ ਸਲਾਹ
ਦਿੱਤੀ ਹੈ ਕਿ ਦਵਾਈ ਦੇ ਨਾਲ ਬੈੱਡ ਰੈਸਟ ਦੀ ਲੋੜ ਹੈ, ਖੁਰਾਕ ਦਾ ਵੀ ਧਿਆਨ ਰੱਖਣਾ। ਇਹ ਗੱਲ ਸੁਣ ਕੇ ਉਸਦੀ ਸੱਸ ਉਸਨੂੰ ਬਾਹਰ ਆ ਕੇ ਕਹਿੰਦੀ ਹੈ, ਬਕਵਾਸ ਕਰਦੀ ਹੈ, ਡਾਕਟਰ ਅਸੀਂ ਕਿਹੜਾ ਜਵਾਕ ਨਹੀਂ ਜੰਮੇ, ਇਹੋ ਜਿਹੇ ਚੋਚਲਿਆਂ ਦੀ ਕੋਈ ਲੋੜ ਨਹੀਂ, ਦਵਾਈ ਲੈਣ ਤੋਂ ਬਾਅਦ ਵੀ ਬੱਚਾ ਨਹੀਂ ਰਹਿੰਦਾ, ਕਈ ਮਹੀਨੇ ਫਿਰ ਉਸ ਤਰ੍ਹਾਂ ਹੀ ਨਿਕਲ ਜਾਂਦੇ ਨੇ। ਦੁਬਾਰਾ ਬੱਚਾ ਠਹਿਰਾਉਣ ਤੇ ਪਤੀ ਲੈ ਕੇ ਜਾਂਦਾ ਹੈ ਤਾਂ ਡਾਕਟਰ ਹਦਾਇਤ ਕਰਦਾ ਹੈ ਕਿ ਜੇ ਪੂਰੀ ਕੇਅਰ ਕਰੋਗੇ ਤਾਂ ਬੱਚਾ ਠੀਕ ਠਾਕ ਰਹੂਗਾ, ਨਹੀਂ ਤਾਂ ਫਿਰ ਤੋਂ ਉਹੀ ਕੁਝ ਹੋਊ। ਹਰ ਹਫ਼ਤੇ ਇੰਜੈਕਸ਼ਨ ਅਤੇ ਕਈ ਦਵਾਈਆਂ ਸ਼ੁਰੂ ਹੋ ਗਈਆਂ, ਪਰ ਪਰਿਵਾਰ ਦਾ ਵਤੀਰਾ ਉਹੀ ਰਿਹਾ। ਪਤੀ ਨੂੰ ਉਸਦੇ ਕਹਿਣ ਤੇ ਇਹ ਸਮਝ ਆ ਗਿਆ ਕਿ ਇੱਥੇ ਬੱਚਾ ਸਿਰੇ ਨਹੀਂ ਲੱਗਣਾ। ਇੱਕ ਰੂਮ ਸ਼ਹਿਰ ਲੈ ਲਿਆ, ਉੱਥੇ ਹੀ ਜਿੱਥੇ ਮੈਡੀਕਲ ਸਟੋਰ ਚਲਾਉਂਦਾ ਸੀ। ਕਮਰਾ ਉੱਪਰ ਸੀ, ਪਾਣੀ ਥੱਲਿਓਂ ਲੈ ਕੇ ਜਾਣਾ ਪੈਂਦਾ ਸੀ। ਮਕਾਨ ਮਾਲਕ ਚੰਗੇ ਸੀ, ਕੁੜੀਆਂ ਉੱਪਰ ਪਾਣੀ ਲਿਆ ਕੇ ਦੇ ਜਾਂਦੀਆਂ, ਪਰ ਕਦੇ ਕਦੇ ਉਸਦਾ ਪਤੀ ਲੈ ਕੇ ਆਉਂਦਾ। ਇੱਕ ਦਿਨ ਪੌੜੀਆਂ ਤੋਂ ਪਾਣੀ ਦੀ ਬਾਲਟੀ ਲਿਜਾ ਰਹੀ ਸੀ ਤਾਂ ਪਿੰਡੋਂ ਉਸਦੀ ਸੱਸ ਆ ਗਈ। ਫਿਰ ਉਹਨਾਂ ਨੇ ਬਹੁਤ ਕੁਝ ਕੀਤਾ ਤੇ ਕਿਹਾ, ਜਨਾਨੀ ਪੈਰ ਦੀ ਜੁੱਤੀ ਹੁੰਦੀ ਹੈ, ਇਹ ਤਾਂ ਜਨਾਨੀਆਂ ਦੀਆਂ ਸਲਵਾਰਾਂ ਧੋਂਦਾ ਫਿਰਦਾ ਹੈ। ਬਹੁਤ ਕੁਝ ਜਿਹਾ ਉਸਦੇ ਕਾਲਜੇ ਨੂੰ ਚੀਰ ਕੇ ਲੰਘ ਜਾਂਦਾ। ਅਕਸਰ ਹੀ ਸੁਣਨਾ ਪੈਂਦਾ ਸੀ, ਕਦੇ ਪੇਕਿਆਂ ਦੇ ਦਾਜ ਕੱਟ ਦੇਣ ਬਾਰੇ ਗੱਲਾਂ ਹੁੰਦੀਆਂ ਕਿ ਨੰਗੇ ਨੇ ਖਾਲੀਆਂ ਹੱਥ ਤੋਰਤੀ। ਚਲੋ ਸਮਾਂ ਚੱਲਦਾ ਰਿਹਾ, ਪੇਕੇ ਉਸਨੂੰ ਲੈ ਗਏ, ਉੱਥੇ ਬੇਟਾ ਹੋਇਆ। ਉਸਦੇ ਲਾਲਚ ਲੱਗ ਗਈ। ਜਿੱਥੇ ਰਹਿੰਦੀ ਸੀ ਉੱਥੇ ਹੀ ਇੱਕ ਅਧਿਆਪਕ ਸੀ ਜੋ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦਾ ਸੀ। ਕਹਿੰਦੇ ਨੇ ਦਬਾਈਆਂ ਹੋਈਆਂ ਇੱਛਾਵਾਂ ਕਦੇ ਮਰਦੀਆਂ ਨਹੀਂ। ਪਤੀ ਨੂੰ ਇੱਕ ਦਿਨ ਪੁੱਛਿਆ ਕਿ ਮੈਂ 12ਵੀਂ ਦੇ ਪੇਪਰ ਦੇਣਾ ਚਾਹੁੰਦਾ ਹਾਂ। ਉਸਨੇ ਉਸ ਅਧਿਆਪਕ ਨਾਲ ਗੱਲ ਕੀਤੀ, ਉਸਨੇ ਵੀ ਬਹੁਤ ਉਤਸ਼ਾਹਿਤ ਕੀਤਾ ਅਤੇ ਫਾਰਮ ਭਰਵਾ ਦਿੱਤੇ। ਉਸਨੇ ਪੇਪਰ ਦੇ ਦਿੱਤੇ। ਉਸ ਤੋਂ ਬਾਅਦ ਐਵੇਂ ਹੀ ਚੱਲਦਾ ਰਿਹਾ। ਘਰ-ਬਾਰ ਸਾਂਭਦੀ, ਸਾਰਾ ਕੰਮ ਕਰਦੀ, ਬੱਚਿਆਂ ਨੂੰ ਪੜ੍ਹਾਉਂਦੀ, ਫਿਰ ਆਪ ਪੜ੍ਹਦੀ ਤੇ ਉਸਨੇ +2 ETT BA MA ਤੱਕ ਪੜ੍ਹਾਈ ਕਰ ਲਈ। ਪਰ ਜਦ ਵੀ ਕਿਤੇ ਨੌਕਰੀ ਕਰਨ ਦੀ ਗੱਲ ਕਰਦੀ ਤਾਂ ਘਰ ਵਿੱਚ ਲੜਾਈ ਪੈ ਜਾਂਦੀ। ਹੁਣ ਬੱਚੇ ਵੀ ਵੱਡੇ ਹੋ ਗਏ ਨੇ, ਘਰ ਬੈਠ ਕੇ ਪੜ੍ਹ ਲਿਖ ਸਕਦੀ ਹੈ, ਪਰ ਘਰ ਤੋਂ ਬਾਹਰ ਜਾਣਾ ਉਸਦੇ ਪਤੀ ਨੂੰ ਪਸੰਦ ਨਹੀਂ ਹੈ। ਹੁਣ ਵੀ ਇੱਛਾ ਹੈ ਹੋਰ ਪੜ੍ਹਨ ਦੀ, ਅੱਗੇ ਜਾਣ ਦੀ, ਪਰ ਅੱਖਾਂ ਸਾਹਮਣੇ ਆਪਣੀ ਮਾਂ ਦਾ ਉਹ ਸਮਾਂ ਆ ਖੜਦਾ ਜਦੋਂ ਆਪਣੀ ਧੀ ਨੂੰ ਪੜ੍ਹਾਉਣ ਦੀ ਗੱਲ ਕਰਦੀ ਸੀ। ਹਲੇ ਵੀ ਬਦਲਿਆ ਤਾਂ ਕੁਝ ਵੀ ਨਹੀਂ ਸੀ। ਔਰਤ ਅੱਜ ਵੀ ਮਰਦ ਦੀ ਮਰਜ਼ੀ ਦੀ ਮੁਹਤਾਜ ਹੈ। ਅੱਜ ਉਸਨੂੰ ਇੱਕ ਅਜਿਹੀ ਯੂਨੀਵਰਸਿਟੀ ਬਾਰੇ ਪਤਾ ਲੱਗਿਆ ਸੀ ਜਿਹੜੀ ਘਰ ਬੈਠਿਆਂ ਹੀ ਬਹੁਤ ਘੱਟ ਫੀਸ ਤੇ ਪੜ੍ਹਨ ਦੇ ਅਵਸਰ ਦਿੰਦੀ ਸੀ। ਸੁੱਤੇ ਸਿੱਧੇ ਹੀ ਪਤੀ ਨਾਲ ਗੱਲ ਕਰ ਬੈਠੀ, ਪਰ ਇਹ ਗੱਲ ਹੀ ਬਹੁਤ ਵੱਡਾ ਬਹਾਲ ਬਣ ਗਈ ਸੀ। ਪਤੀ ਇਹ ਸਭ ਕਰਨ ਤੋਂ ਬਾਅਦ ਰੋਜ਼ ਦੀ ਤਰ੍ਹਾਂ ਆਪਣੇ ਕੰਮ ਵਿੱਚ ਰੁੱਝ ਗਿਆ ਸੀ। ਬੱਚੇ ਨੇ ਆਪਣੇ ਕੰਮ ਵਿੱਚ, ਪਰ ਉਸਦਾ ਮਨ ਹੌਂਕੇ ਲੈ ਰਿਹਾ ਸੀ ਕਿ ਜਿੱਥੇ 25 ਸਾਲ ਉਹ ਹੱਥੀਂ ਸਾਰਾ ਕੰਮ ਕਰਦੀ ਰਹੀ, ਬੱਚਿਆਂ ਨੂੰ ਟਿਊਸ਼ਨ ਖੁਦ ਪੜ੍ਹਾਉਂਦੀ ਰਹੀ, ਕੱਪੜੇ ਸਿਉਣ ਤੱਕ ਤੇ ਆਪਣੇ ਅਤੇ ਸਾਰੇ ਪਰਿਵਾਰ ਦੇ ਕੰਮ ਖੁਦ ਕਰਦੀ ਰਹੀ, ਉੱਥੇ ਉਸਦਾ ਪਤੀ ਅੱਜ ਵੀ ਕਹਿ ਰਿਹਾ ਹੈ ਕਿ ਪੈਸੇ ਮੇਰੇ ਨੇ, ਮੈਂ ਸ਼ਰਾਬ ਪੀਵਾਂ, ਜੋ ਮਰਜ਼ੀ ਕਰਾਂ, ਤੂੰ ਪੜ੍ਹਨਾ ਤਾਂ ਆਪਣਾ ਇੰਤਜ਼ਾਮ ਆਪ ਕਰ। ਅਚਾਨਕ ਬਾਹਰੋਂ ਕੋਈ ਆਵਾਜ਼ ਆਉਂਦੀ ਹੈ। ਉਹ ਹਾਂਜੀ ਕਹਿ ਕੇ ਬਾਹਰ ਵੱਲ ਭੱਜਦੀ ਹੈ ਅਤੇ ਸੋਚਦੀ ਹੈ ਕਿ ਕਿਹੜੀਆਂ ਔਰਤਾਂ ਬਾਰੇ ਗੱਲ ਕਰ ਰਹੇ ਨੇ ਟੈਲੀਵਿਜ਼ਨ ਵਾਲੇ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।